ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਤੈਂਡੀ ਬੰਦਸ਼ ਮੈਂ ਕੋਇ ਨਾ ਡਿਠਾ, ਤੂੰ ਨਾਨਕ ਮਨ ਭਾਣਾ। ਕੋਲ ਕੁਮਹਾਈ ਤਿਸ ਮਿੱਤਰ ਵਿਚੋਲੇ, ਜੈ ਮਿਲ ਕੰਤ ਪਛਾਣਾ। ਕੋਲ ਕੁਮਹਾਈ ਤਿਸ ਮਿੱਤਰ ਵਿਚੋਲੇ, ਜੈ ਮਿਲ ਕੰਤ ਪਛਾਣਾ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਸੂਈ ਮਹਲਾ ਪਹਿਲਾ। ਜਿਉ ਆਰਨ ਲੋਹਾ ਪਾਏ, ਭੰਨ ਕਢਾਈਐ, ਤਿਉ ਸਾਕਤ ਜੋਨੀ ਪਾਏ, ਭਵੇਂ ਭਵਾਈਐ। ਜਿਉ ਆਰਨ ਲੋਹਾ ਪਾਏ, ਭੰਨ ਕਢਾਈਐ, ਤਿਉ ਸਾਕਤ ਜੋਨੀ ਪਾਏ, ਭਵੇਂ ਭਵਾਈਐ। ਬਿਨ ਬੂਝੇ ਸਭ ਦੁਖ ਦੁਖ ਕਮਾਵਣਾ, ਹਉ ਮੈਂ ਆਵੈ ਜਾਏ ਭਰਮ ਭੁਲਾਵਣਾ। ਰਹਾਉ ਤੂੰ ਗੁਰਮੁਖ ਰਖਣ ਹਾਰ, ਹਰ ਨਾਮ ਧਿਆਈਐ। ਮੇਲਹਿ ਤੁਝੈ ਰਜ਼ਾਏ, ਸ਼ਬਦ ਕਮਾਈਐ। ਤੂੰ ਕਰ ਕਰ ਵੇਖੈ ਆਪ, ਦੇਹ ਸੋ ਪਾਈਐ। ਤੂੰ ਦੇਖੈ ਥਾਪ ਉਥਾਪ, ਦਰਬੀ ਨਾਈਐ। ਦੇਹੀ ਹੋਵਗ ਖਾਕ, ਪਵਨ ਉਡਾਈਐ। ਇਹ ਕਿਥੈ ਘਰ ਔਤਾਕ, ਮਹਿਲ ਨਾ ਪਾਈਐ। ਦੇਹ ਦੀਵੀ ਅੰਧ ਘੋਰ, ਘਬ ਮੁਹਾਈਐ। ਗਰਭ ਮੁਸੈ ਕਰ ਚੋਰ, ਕਿਸਰੂ ਆਈਐ। ਗੁਰਮੁਖ ਚੋਰ ਨਾ ਲਾਗ, ਹਰ ਨਾਮ ਜਗਾਈਐ। ਸ਼ਬਦ ਨਿਵਾਰੀ ਆਗ, ਜੋਤ ਦੀਪਾਈਐ। ਲਾਲ ਰਤਨ ਹਰਿ ਨਾਮ, ਗੁਰ ਸੁਰਤ ਬੁਝਾਈਐ। ਸਦਾ ਰਹੈ ਨਿਹਕਾਮ, ਜੇ ਗੁਰਮਤਿ ਪਾਈਐ। ਰਾਤ ਦਿਹੈ ਹਰਿ ਨਾਉ, ਮਨ ਵਸਾਈਐ। ਨਾਨਕ ਮੇਲ ਮਿਲਾਏ, ਜੇ ਤੁਧ ਪਾਈਐ। ਰਾਤ ਦਿਹੈ ਹਰਿ ਨਾਮ, ਮਨ ਵਸਾਈਐ। ਨਾਨਕ ਮੇਲ ਮਿਲਾਏ, ਜੇ ਤੁਧ ਪਾਈਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰਦੇਵ ਪਾਤਸ਼ਾਹ ਜੀ ਦੀ ਅਜ਼ੀਮ ਅਪਾਰ ਬਖਸ਼ਿਸ਼, ਟਲਦੀ ਸ਼ਾਮ ਅਸੀਂ ਗੁਰਦਰਬਾਰ ਦੀ ਸੁਧ ਪ੍ਰਾਪਤ ਕਰ ਰਹੇ ਹਾਂ। ਅਜੇ ਹੁਣੇ ਗੁਰਬਾਣੀ ਕੀਰਤਨ ਆਪਨੇ ਸਰੋਤ ਕੀਤਾ ਹੈ। ਇਹ ਅਗਲੇਰਾ ਸਮਾਂ ਗੁਰਸ਼ਬਦ ਵਿਆਖਿਆ ਦਾ ਹੈ, ਜਿਸ ਅੰਦਰ ਸੂਹੀ ਰਾਗ
ਵਿਚਾਰਿਆ ਜਾ ਰਿਹਾ ਹੈ। ਗੁਰੂ ਨਾਨਕ ਸਾਹਿਬ ਦੁਆਰਾ ਪਹਿਲੇ ਜਾਮੇ ਦੇ ਵਿੱਚ ਐਜ਼ ਏ ਪਹਿਲੀ ਪਾਤਸ਼ਾਹੀ ਜੋ ਬਚਨ ਅਸ਼ਟਪਦੀਆਂ ਦੇ ਰੂਪ ਵਿੱਚ ਸੂਹੀ ਰਾਗ 'ਚ ਉਚਰਿਤ ਕੀਤੇ ਨੇ, ਉਹਨਾਂ ਦੀ ਵਿਚਾਰ ਅਸੀਂ ਕਰਦੇ ਹਾਂ। ਬਚਨ ਬਾਣੀ ਰੂਪ ਵਿੱਚ ਆਪ ਨੇ ਸਰਵਨ ਕੀਤਾ ਹੈ। ਬੀਤੇ ਕੱਲ੍ਹ ਤੋਂ ਪਿਛਲੇ ਸ਼ਾਇਦ 1 ਜਾਂ 2 ਰੋਜ਼ ਅਸੀਂ ਇਸ ਬਚਨ ਨੂੰ ਵਿਚਾਰਨ ਵਾਸਤੇ ਲਗਾਇਆ ਹੈ, ਜਿਹਦੇ 'ਚ ਮੁੱਖ ਸੁਨੇਹਾ ਅਤੇ ਕੁਝ ਸ਼ੁਰੂਆਤੀ ਪਦੇ ਵਿਚਾਰੇ ਨੇ। ਅੱਜ ਯਤਨ ਕਰਾਂਗੇ ਅਗਲੇਰੇ ਬੰਧਾਂ ਦੀ ਵਿਚਾਰ ਕਰ ਸਕੀਏ। ਪਰ ਇੱਕ ਸਰਸਰੀ ਨਜ਼ਰ ਮੁੱਖ ਸੁਨੇਹੇ ਦੇ ਪਦੇ 'ਤੇ ਸਭ ਜ਼ਿਕਰ ਕਰ ਰਹੇ ਸੀ। ਬਿਨ ਬੂਝੇ ਸਭ ਦੁੱਖ ਦੁੱਖ ਕਮਾਵਣਾ, ਹਉ ਮੈਂ ਆਵੇ ਜਾਏ ਭਰਮ ਭੁਲਾਵਣਾ। ਬਿਨ ਬੂਝੇ ਸਭ ਦੁੱਖ ਦੁੱਖ ਕਮਾਵਣਾ। ਜੋ ਕੁਝ ਵੀ ਅਸੀਂ ਜੀਵਨ ਵਿੱਚ ਕਰ ਰਹੇ ਹਾਂ, ਈਵਨ when we just take or inhale or exhale just air inside of our lungs and outside to our lungs, that itself is a work in a way। ਇਹ ਆਪਣੇ ਆਪ ਵਿੱਚ ਵੀ ਕਾਰਜ ਹੈ, ਕੁਦਰਤ ਨੇ ਸਾਨੂੰ ਦਿੱਤਾ ਇਸ ਕਲਬੂਤ ਦੇ ਨਾਲ। ਫਿਰ ਇਹਨਾਂ ਸਾਹਾਂ ਦੇ ਨਾਲ ਹੀ ਜਿਹੜੀ ਇਹ ਬਰੀਥਿੰਗ ਹੋ ਰਹੀ ਹੈ, ਇਹਦੇ ਨਾਲ ਹੀ ਜੀਵਨ ਚੱਲ ਰਿਹਾ। ਉਸ ਜੀਵਨ ਦੇ ਵਿੱਚ ਫਿਰ ਸਾਡੇ ਅੰਦਰ ਐਨਰਜੀ ਹੈ, ਐਂਡ ਵੀ ਰੀਅਲੀ ਵਾਂਟ ਟੂ ਇਨਵੈਸਟ ਦਿਸ ਐਨਰਜੀ ਸਮਵੇਅਰ। ਉਹ ਜੋ ਐਨਰਜੀ ਜਿੱਥੇ ਅਸੀਂ ਇਨਵੈਸਟ ਕਰਦੇ ਹਾਂ, ਉੱਥੇ ਫਿਰ ਡੈਫੀਨੇਟਲੀ ਭਾਵੇਂ ਕੁਝ ਕੰਸਟਰਕਟਿਵ ਹੁੰਦਾ, ਭਾਵੇਂ ਕੁਝ ਡਿਸਟਰਕਟਿਵ ਹੁੰਦਾ, ਬਟ ਇਟ ਹੈਪਨਸ। ਇਹ ਹੋ ਰਿਹਾ। ਫਿਰ ਉਹਦੇ ਰਿਜ਼ਲਟਸ ਵੀ ਨੇ, ਸਿੱਟੇ ਵੀ ਨਿਕਲਦੇ ਨੇ, ਫਿਰ ਉਹਨਾਂ ਦੇ ਆਫਟਰ ਇਫੈਕਟਸ ਵੀ ਹੈਗੇ ਨੇ। ਇਹ ਸਾਰੀ ਕਮਾਈ ਹੈ, ਇਹੀ ਜੀਵਨ ਹੈ। ਜੇ ਕੁਝ ਸਮਝ ਕੇ, ਅਵੇਅਰ ਹੋ ਕੇ, ਕਿਸੇ ਚੀਜ਼ ਨੂੰ ਐਕਨੋਲੇਜ ਕਰਕੇ, ਕਿਸੇ ਚੀਜ਼ ਬਾਬਤ ਜਾਣਕਾਰੀ ਹਾਸਲ ਕਰਕੇ ਫਿਰ ਕਰਾਂਗੇ, ਉਹ ਠੀਕ ਹੋ ਸਕੇਗਾ। ਅਦਰਵਾਈਜ਼ ਅਨਕੌਂਸ਼ੀਅਸ ਹੋ ਕੇ, ਅੰਡਰ ਦ ਇਨਫਲੂਐਂਸ ਆਫ ਇਲਿਟਰੇਸ਼ਨ, then we're gonna make mess, nothing else, and that mess is ਦੁੱਖ। ਇਹੀ ਹੈ ਸਭ ਚੀਜ਼ਾਂ ਦੇ ਵਿੱਚ। ਬੰਦਾ ਜੋ ਖਾ ਰਿਹਾ ਹੈ, ਜੋ ਪਾ ਰਿਹਾ ਹੈ, ਜੋ ਬੋਲ ਰਿਹਾ ਹੈ, ਜੋ ਐਕਟ ਕਰ ਰਿਹਾ ਹੈ, ਸਭ ਚੀਜ਼ਾਂ ਆਈਦਰ ਸੁਖ ਪੈਦਾ ਕਰਨਗੀਆਂ ਔਰ ਦੁੱਖ ਪੈਦਾ ਕਰਨਗੀਆਂ। ਇਹ ਡਿਪੈਂਡ ਕਰਦਾ ਹੈ ਤੁਸੀਂ ਉਹਦੇ ਬਾਰੇ ਅਵੇਅਰ ਹੋ। ਜੇ ਅਵੇਅਰ ਹੋ ਤਾਂ ਫਿਰ ਸੱਚ ਇਹ ਦੁੱਖ ਵੀ ਦੁੱਖ ਨਹੀਂ ਦਿੰਦਾ। ਕਈ ਵਾਰ ਜਿਹਨੂੰ ਪਤਾ ਆ ਕਿ ਐਕਚੁਅਲੀ ਆਈ ਹੈਵ ਹੈਬਿਟ ਟੂ ਇਨਟੇਕ that much alcohol, that much actually substance, and I take all these things inside my body, and definitely these things gonna give me some kind of disease, some kind of health troubles on the road. I'm gonna see actually fatty liver and then kidney damage, and then afterward whole health is going in drain. So then ठीक है भाई, ਫਿਰ ਦੁੱਖਾਂ ਦਾ ਪਤਾ ਹੀ ਹੈ ਭਾਈ ਸਾਰਾ ਇਸ ਚੀਜ਼ ਬਾਰੇ। ਜਦੋਂ ਬੰਦੇ ਨੂੰ ਅਹਿਸਾਸ ਹੀ ਨਹੀਂ ਕਿ ਅੱਛਾ ਇਹ ਸਭ ਕੁਝ ਹੋ ਸਕਦਾ ਆ ਇਨ ਡੀਪ, ਤੇ ਬੰਦਾ ਆਪਣੇ ਆਪ ਨੂੰ ਇੱਕ ਫੇਕ ਕੌਨਫੀਡੈਂਸ ਲੈਵਲ 'ਚ ਲਾਇਆ ਹੁੰਦਾ ਵੀ ਇਟਸ ਓਕੇ, ਲੋਕੀ ਕਹਿੰਦੇ ਨੇ ਕੁਛ ਨਹੀਂ ਹੁੰਦਾ। ਦੈਟ ਮੀਨ ਵੀ ਆਰ ਚੀਟਿੰਗ ਆਵਰਸੈਲਵਸ, ਨਾਟ ਐਨੀਬਡੀ ਐਲਸ। ਇਹ ਜਿਹੜੀ ਚੀਜ਼ ਆ ਇਹ ਫਿਰ ਮਾਰਦੀ ਹੈ। ਫਿਰ ਬੰਦਾ ਕੰਪਲੇਨ ਵੀ ਕਰੀ ਜਾਂਦਾ ਆ, ਪਤਾ ਨਹੀਂ ਕਿਉਂ ਐਵੇਂ ਹੋ ਗਿਆ। ਕਮਿਊਨਿਟੀ ਐਟ ਹੋਲ ਦੇਖੋ ਤੁਸੀਂ ਸਾਰੀ, ਕੈਂਸਰ ਕਿਸ ਲੈਵਲ 'ਤੇ ਵੱਧ ਰਿਹਾ, ਹੋਰ ਚੀਜ਼ਾਂ ਕਿਸ ਤਰੀਕੇ ਨਾਲ ਡੇ ਬਾਈ ਡੇ ਸਾਡੇ ਸਾਹਮਣੇ ਗ੍ਰਾਫ ਚੜ੍ਹਦਾ ਲਗਾ ਜਾ ਰਿਹਾ ਹੈਗਾ। ਸਾਡਾ ਕੈਨੇਡੀਅਨ ਜਿਹੜਾ ਕੈਂਸਰ ਸੁਸਾਇਟੀ ਦਾ ਗ੍ਰਾਫ ਸਾਨੂੰ ਬੜਾ ਅਲਾਰਮਿੰਗ ਹੈ, ਡਰਾਉਂਦਾ ਹੈ। ਕਈ ਵਾਰੀ ਇਹ ਪਤਾ ਲੱਗ ਰਿਹਾ ਹੈ ਕਿ ਲਾਈਫ ਟਾਈਮ ਦੇ ਵਿੱਚ 2 ਵਿੱਚੋਂ 1 ਕੈਨੇਡੀਅਨ ਨੂੰ ਕੈਂਸਰ ਹੋਏਗਾ। 50% ਪਾਪੂਲੇਸ਼ਨ ਇਜ਼ ਵਨਰੇਬਲ। ਲੇਟਰ ਔਰ ਸੂਨਰ ਦੇ ਗੋਨਾ ਫੇਸ। ਸੋ ਇਹ ਜਿਹੜੀ ਚੀਜ਼ ਆ ਹੁਣ ਮਤਲਬ ਮੈਸਿਵ ਲੈਵਲ 'ਤੇ ਹੈ, ਬਟ ਇਹ ਹੈ ਕਿ ਅਸੀਂ ਜਦੋਂ ਸਭ ਚੀਜ਼ਾਂ ਹੁੰਦੀਆਂ ਫਿਰ ਕੰਪਲੇਨ ਕਰਦੇ, ਫਿਰ ਕਹਿੰਦੇ। ਪਰ ਵੱਡੇ ਪੱਧਰ 'ਤੇ ਦੇਖੋ, ਇਹ ਦੁੱਖ ਅਸੀਂ ਆਪ ਹੀ ਕਮਾ ਰਹੇ ਹਾਂ, ਬਿਨਾਂ ਬੁੱਝਿਆਂ, ਬਿਨਾਂ ਜਾਣਿਆਂ, ਬਿਨਾਂ ਸਮਝਿਆਂ। ਇਹ ਸਾਡੇ ਰਹਿਣ ਸਹਿਣ, ਖਾਣ ਪਾਣ, ਸਭ ਚੋਇਸਿਸ ਦੇ ਨਾਲ ਰਿਲੇਟ ਕਰਦੀ ਹੈ ਚੀਜ਼।
ਫਿਰ ਇਹਦੇ ਨਾਲ ਸਭ ਤੋਂ ਵੱਡੀ ਜਿਹੜੀ ਮੈਸ ਆ ਜਿਹਦੇ 'ਚੋਂ ਵੀ ਰੀਅਲੀ ਫੀਲ ਅਨਹੈਪੀ, that is how to deal with relationship dealing ਜਿਹੜੀ ਇਹ ਸਭ ਤੋਂ ਹਾਰਡ ਹੈ। ਇਹ ਬੰਦਾ ਜਿਵੇਂ ਸਪੋਜ਼ ਬਹੁਤ ਸਾਰੀਆਂ ਚੀਜ਼ਾਂ ਤਾਂ ਐਸੀਆਂ ਨੇ ਅਸੀਂ ਸਮਝਦੇ ਕਿ ਦੂਜੇ ਨੂੰ ਪਤਾ ਹੀ ਹੈ ਮੈਂ ਕੀ ਚਾਹੁੰਦਾ ਵਾਂ, ਜਾਂ ਜਿਹੜੀਆਂ ਮੇਰੀਆਂ ਐਕਸਪੈਕਟੇਸ਼ਨਸ ਦੂਜੇ ਮੀਟ ਕਰਨਗੇ। ਸੋ ਇਸ ਚੀਜ਼ ਦੇ ਵਿੱਚ ਇੱਕ ਟੋਟਲ ਇੱਕ ਬਲਾਈਂਡ ਸਪੋਟ ਹੁੰਦਾ, ਉਹਦੇ ਅੰਦਰ ਸਾਰੇ ਤੁਰੇ ਜਾਂਦੇ ਨੇ। ਹੁਣ ਬਲਾਈਂਡ ਸਪੋਟ ਤੁਸੀਂ ਡਰਾਈਵ ਕਰਦੇ ਹੋ ਸਾਰੇ ਆਲਮੋਸਟ, ਜਾਂ ਡਰਾਈਵਿੰਗ ਸੀਟ ਦੇ ਨਾਲ ਬੈਠਦੇ ਹੋ, ਕਿੰਨਾ ਡੇਂਜਰਸ ਜਗ੍ਹਾ ਹੈ ਬਲਾਈਂਡ ਸਪੋਟ। ਜਿਹੜੀ ਚੀਜ਼ ਉੱਥੇ ਰਹਿ ਗਈ that gonna harm a lot. So exactly ਇਹੋ ਚੀਜ਼ ਆ, be aware। ਕਿਉਂ ਐਵੇਂ ਪਲੇ ਕਰ ਰਹੇ ਹਾਂ ਕਿ ਮੈਂ ਪਤਾ ਹੀ ਹੈ ਸਭ ਨੂੰ ਜਾਣਨਾ ਹੈ, ਬੁੱਝ ਸਮਝ। ਫਿਰ ਇਹ ਸਾਰੇ ਨੂੰ ਬੁੱਝਣ ਸਮਝਣ ਵਾਸਤੇ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਬੁੱਝ, who am I। ਆ ਜਿਹੜਾ ਇੰਡੀਵਿਜੂਅਲ ਤੁਰਿਆ ਫਿਰਦਾ ਹੈ, ਹੱਡੀਆਂ ਮਾਸ ਦਾ ਪੁਤਲਾ, ਇਹਦੇ 'ਚ ਕੀ ਹੈਗਾ, ਕਿਹੜੀਆਂ ਵੀਕਨੈਸਿਸ ਨੇ, ਕਿਹੜੀ ਸਟਰੈਂਥ ਹੈ ਇਹਦੇ ਵਿੱਚ, ਇਹਦੀ ਸੋਚਣ ਦਾ ਤਰੀਕਾ ਕੀ ਹੈ। ਚੀਜ਼ਾਂ ਕਈ ਵਾਰ ਬੁਰੀਆਂ ਨਹੀਂ ਹੁੰਦੀਆਂ ਆਲੇ ਦੁਆਲੇ, ਮੇਰੀ ਸੋਚ ਮੈਨੂੰ ਤੰਗ ਕਰੀ ਜਾਂਦੀ ਹੈ। ਮੇਰੀਆਂ ਹਾਇਰ ਐਕਸਪੈਕਟੇਸ਼ਨਸ ਜਿਹੜੀਆਂ ਨੇ ਦੇ ਆਰ ਐਕਚੁਅਲੀ ਗਿਵਿੰਗ ਮੀ ਹਾਰਡ ਟਾਈਮ। ਮੇਰਾ ਈਵਨ ਹੋਰ ਤੇ ਬਾਤ ਛੱਡੋ, ਮੇਰੀ ਲੇਜ਼ੀਨੈਸ, ਦੈਟਸ ਅਨਫ ਟੂ ਗਿਵ ਮੀ ਐਕਚੁਅਲੀ ਸਮ ਕਾਈਂਡ ਆਫ ਸੋਰੋ ਐਂਡ ਪੇਨ। ਐਮ ਆਈ ਅਵੇਅਰ ਅਬਾਊਟ ਇਟ? ਦੈਨ ਜਦੋਂ ਇੱਕ ਵਾਰੀ ਪਤਾ ਲੱਗ ਗਿਆ, ਦੈਨ ਬੰਦਾ ਕਿਉਂ ਕੰਪਲੇਨ ਕਰੇਗਾ, ਕਿਉਂ ਕਹੇਗਾ ਕਿ ਹਾਂ। ਜਿਵੇਂ ਲੋਕ ਕਈ ਵਾਰੀ ਕਹਿੰਦੇ ਨੇ ਉਹ ਰੱਬਾ ਅਸੀਂ ਤੇਰਾ ਕੀ ਵਿਗਾੜਿਆ ਸੀਗਾ। ਭਾਈ ਕਰਤਾਰ ਦੀ ਕੁਦਰਤ ਨੇ ਸਭ ਨੂੰ ਕੁਝ ਨਾ ਕੁਝ ਦੇ ਕੇ ਨਵਾਜਿਆ, ਦੇਖ ਉਸ ਰੂਪ ਦੇ ਵਿੱਚ। ਅਤੇ ਕਈ ਵਾਰ ਚੀਜ਼ਾਂ ਹੁੰਦੀਆਂ ਨੇ, ਬਿਨ ਬੂਝੈ ਸਭ ਦੁੱਖ ਦੁੱਖ ਕਮਾਉਣਾ। ਮੈਨੂੰ ਯਾਦ ਹੈ ਕੁਝ ਵਰੇ ਪਹਿਲਾਂ ਮੈਂ ਪ੍ਰੇਰਿਸ ਵਿੱਚ ਸੀਗਾ, ਅਤੇ ਇੱਕ ਸੱਜਣ ਫੈਮਿਲੀ ਮੀਟਿੰਗ ਵਿੱਚ ਅਸੀਂ ਬੈਠੇ ਸੀਗੇ ਇਸ ਤਰੀਕੇ ਨਾਲ, ਅਤੇ ਇੱਕ ਸ਼ਖਸ ਉਹ ਕਹਿੰਦਾ ਕਿ ਯੂ ਨੋ my family always talk about you, and today you're here, I have some questions, can you answer them? I said, we can try. What do you want to know? What do you want to actually ask? ਕੁਝ ਬੁਨਿਆਦੀ ਗੱਲਾਂ ਪੁੱਛੀਆਂ ਉਹਨੇ। ਉਹ ਕਹਿੰਦਾ ਇੱਕ ਬੁਨਿਆਦੀ ਗੱਲ ਇਹ ਹੈ, ਮੈਂ ਲਾ ਸਕੂਲ ਦਾ ਵਿਦਿਆਰਥੀ ਹਾਂ, ਰੀਸੈਂਟਲੀ ਲਾ ਸਕੂਲ ਤੋਂ ਨਿਕਲਿਆ, ਚੰਗੀ ਪਰਫਾਰਮ ਕੀਤਾ ਲਾ ਸਕੂਲ ਦੇ ਵਿੱਚ, ਇਸ ਕਰਕੇ ਮੈਂ ਬਾਹਰ ਦਾ ਐਗਜ਼ਾਮ ਪਾਸ ਕਰਾਂ ਉਸ ਤੋਂ ਪਹਿਲਾਂ ਮੈਨੂੰ ਇੱਥੇ ਬੜੀ ਵਧੀਆ ਜੋਬ ਮਿਲ ਗਈ ਕੋਰਟ ਦੇ ਵਿੱਚ। ਉਹਦੇ ਅੰਦਰ ਜਿਹੜਾ ਖਾਸ ਕਰਕੇ ਜਿਹੜੀ ਉਹ ਹੁੰਦੀ ਹੈ ਲੀਗਲ ਕਲੀਨਿਕ, ਜਿਨ੍ਹਾਂ ਲੋਕਾਂ ਦੇ ਕੋਲ ਵਕੀਲ ਵਗੈਰਾ ਕਰਨ ਦੇ ਪੈਸੇ ਨਹੀਂ ਹੁੰਦੇ, ਉਹਨਾਂ ਨੂੰ ਏਡ ਵਗੈਰਾ ਜਿਹੜੀ ਪ੍ਰੋਵਾਈਡ ਕੀਤੀ ਜਾਂਦੀ ਹੈ, ਉਹਦੇ ਅੰਦਰ ਮੈਂ ਲੋਕਾਂ ਦੀ ਹੈਲਪ ਕਰਦਾ, ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਨੂੰ ਕੇਸ ਪ੍ਰਜੈਂਟ ਕਰਨ ਵਾਸਤੇ ਵੀ ਹਾਊ ਟੂ ਗੈਟ that legal aid। ਤੇ ਉਹਦੇ ਅੰਦਰ ਬਹੁਤ ਸਾਰੇ ਜਿਹੜੇ ਲੋਕ ਆ ਰਹੇ ਨੇ, they are totally under poverty, they are very vulnerable, they are coming from very, you can say, totally kind of messy backgrounds and homeless, those kind of people। ਕਹਿੰਦੇ ਮੈਂ ਜਦੋਂ ਦੇਖਦਾ ਹਾਂ ਲੀਗਲ ਸਿਸਟਮ ਨੂੰ ਤੇ ਉਹਨਾਂ ਲੋਕਾਂ ਨੂੰ, ਫਿਰ ਮੈਨੂੰ ਬੜਾ ਤਰਸ ਆਉਂਦਾ ਆ। ਕਈ ਇੰਡੀਵਿਜੂਅਲਸ ਨੇ, ਉਹਨਾਂ ਦਾ ਫਾਲਟ ਹੀ ਕੋਈ ਨਹੀਂ ਹੈਗਾ, just they have some mental health issues, they have some actually certain kind of abuse in a very early age, and due to that reason they get stuck in those habits। ਇਨ ਮੈਨੂੰ ਕੁਝ ਹੋਰ ਇਹੋ ਜਿਹੀਆਂ ਚੀਜ਼ਾਂ ਨੇ। ਮੇਰਾ ਕੁਐਸਚਨ ਇਹ ਹੈ, ਰੱਬ ਕਿੱਥੇ ਹੈ ਜਦੋਂ ਲੋਕ ਸਾਰੇ ਸਫਰ ਕਰ ਰਹੇ ਨੇ? they are suffering, they are actually having these issues, and some of them I can barely actually see any kind of trouble from their side. They are the just byproduct of their home environment, byproduct of society, byproduct of their surroundings, and they are suffering with all these issues. Can you answer? How does God's hukum work over here? ਇਹੋ ਜਿਹੀਆਂ ਗੱਲਾਂ ਉਹਨੇ 2-4 ਹੋਰ ਇਸਤਰੀ ਪ੍ਰਤੀ ਕੀਤੀਆਂ। ਹੁਣ ਬਾਤ ਇਹ ਹੈ ਕਿ ਬਿਨ ਬੂਝੈ ਸਭ ਦੁੱਖ ਦੁੱਖ ਕਮਾਵਣਾ, ਇਹਨੂੰ ਸਮਝਣਾ ਧਿਆਨ ਦੇ ਨਾਲ। ਮੈਂ ਕਿਹਾ ਗੱਲ ਇਹ ਹੈ ਕਿ ਬੱਚੇ ਬਹੁਤ ਵਧੀਆ ਬਾਤ ਕੀਤੀ ਹੈ, ਤੂੰ ਇਹਦੇ 'ਚ ਇੰਨਾ ਕੁ ਸਮਝਣਾ ਪਏਗਾ ਕਿ ਜਿਹੜਾ ਬਹੁਤ ਵਧੀਆ ਕਿਸਮ ਦਾ ਫਰੂਟ ਆ, ਬੜੇ ਵਧੀਆ ਕਿਸਮ ਦੀ ਗ੍ਰੇਨ ਆ, ਵਧੀਆ ਕਿਸਮ ਦੀ ਜਿਹੜੀ ਫਲਾਵਰ ਐਂਡ ਅਦਰ ਵੈਜੀਟੇਬਲਸ ਵੀ ਕੈਨ ਸੀ,
If we want to grow them, we need really good manure. If we have qualityful manure, that manure will be full with kind of filth, kind of bad smell, all these things. ਸਿਰਫ ਉਹਦੇ 'ਚ ਸੀਡ ਲਾ ਕੇ ਉਹਦੇ 'ਚ ਜੋ ਮਰਜ਼ੀ ਪੈਦਾ ਕਰ ਲਓ। ਜੋ ਤੁਸੀਂ ਗੱਲ ਕਰ ਰਹੇ ਹੋ ਸਾਰੀ ਇਟਸ ਮੈਨਿਊਰ। ਬਸ ਇਹਦੇ ਅੰਦਰ ਕੋਈ ਚੰਗੇ ਰੂਟਸ ਦੀ ਲੋੜ ਆ, ਉਹ ਲਗਾ ਦੇ। ਇਹ ਕੁਦਰਤ, ਤੂੰ ਇਹਨੂੰ ਕਹਿ ਰਿਹਾ ਕਿ ਇਹ ਤਕਲੀਫ ਹੈ, ਦੁੱਖ ਹੈ। ਜੇ ਮੈਂ ਆਪਣੇ ਤਵੱਕੋਂ ਵਿੱਚ ਦੇਖਦਾ ਤੇ ਬਾਣੀ ਇਹ ਕਹਿੰਦੀ ਹੈ ਦੁੱਖ ਦਾਰੂ, ਇਹ ਦਾਰੂ ਹੈ। ਇਹਨੂੰ ਯੂਜ਼ ਕਰ। ਕੁਝ ਦੁੱਖ ਹੋਰ ਜਿਹੜੇ ਕਮਾਏ ਜਾ ਰਹੇ ਨੇ, ਕੁਝ ਦੁੱਖ ਹੋਰ ਨੇ ਜਿਨ੍ਹਾਂ ਦੇ ਵਿੱਚ ਅਸੀਂ ਆ ਰਹੇ ਹਾਂ। ਬਟ ਇਫ ਵੀ ਆਰ ਅਵੇਅਰ, ਬੁੱਝ ਗਏ ਅਸੀਂ ਜਾਣ ਗਏ ਇਹ ਕਿੱਥੋਂ ਆ ਰਹੇ ਨੇ, ਕਿਉਂ ਆ ਰਹੇ ਨੇ, ਸਭ ਬਾਏ ਆਰ ਦੇ ਅੰਡਰ ਪਾਵਰਟੀ। ਆਪ ਬਲੈਕ ਲਾਈਵਜ਼ ਮੈਟਰ ਜਿਹੜਾ ਹੈਗਾ ਵੱਡੇ ਲੈਵਲ 'ਤੇ ਮੂਵਮੈਂਟ ਚੱਲ ਰਹੀ ਹੈ, ਉਹਦੇ ਮੁਕਾਬਲੇ ਤੇ ਲੋਕ ਆਲ ਲਾਈਵਜ਼ ਮੈਟਰ ਮੂਵਮੈਂਟ ਚਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਸਭ। ਸਲੇਵਰੀ ਇੱਕ ਵੱਡਾ ਇਸ਼ੂ ਰਿਹਾ ਉਸ ਕਮਿਊਨਿਟੀ ਵਾਸਤੇ ਪਿੱਛੋਂ। ਬਰਾਕ ਓਬਾਮਾ ਨੇ ਬੜੀ ਕਮਾਲ ਦੀ ਸਪੀਚ ਉਹਦੇ ਉੱਤੇ ਇੱਕ ਜਿਸ 'ਚ ਉਹਨੇ ਜ਼ਿਕਰ ਕੀਤਾ। ਉਹ ਕਹਿੰਦੇ ਗੱਲ ਇਹ ਹੈ ਕਿ ਪੀਪਲ ਕੈਨ ਸੇ ਦੇਰ ਆਰ ਸਮ ਹੂ ਆਰ ਕਾਈਂਡ ਆਫ ਜਿਹੜੇ ਜਿਹਨਾਂ ਨੂੰ ਕਿਹਾ ਜਾਏ ਕਿ ਇਹ ਜਿਹੜੇ ਸੀਗੇ ਕਿਸੇ ਕਿਸਮ ਦੇ ਨਾਲ ਇਹਨਾਂ ਨੂੰ ਐਕਸਟਰਾ ਪਰਕ ਸੀਗੇ, ਦੇ ਵਰ ਪ੍ਰਿਵਿਲੇਜਡ ਐਂਡ ਦੈਟਸ ਵਾਈ ਦੇ ਕੇਮ ਐਟ ਦੈਟ ਪੁਆਇੰਟ। ਬਿਲਕੁਲ ਠੀਕ ਗੱਲ ਹੈ, ਪਰ ਜਿਹੜਾ ਸਾਡਾ ਸਾਰਿਆਂ ਦਾ ਰੋਲ ਵੀ ਹੈ, ਜੇ ਅਸੀਂ ਪ੍ਰਿਵਿਲੇਜ ਨਹੀਂ ਹੈਗੇ, ਅਸੀਂ ਉਸ ਲਗਜ਼ਰੀਅਸ ਨੂੰ ਐਕਸੈਸ ਨਹੀਂ ਕਰ ਪਾ ਰਹੇ, ਅਸੀਂ ਉਸ ਚੀਜ਼ ਨੂੰ, ਪਰ ਫਿਰ ਅਸੀਂ ਦਿਮਾਗ 'ਤੇ ਸਾਨੂੰ ਰੱਬ ਨੇ ਦਿੱਤਾ ਨਾ, ਸੋਝੀ ਤੇ ਦਿੱਤੀ, ਇਹਨਾਂ ਦੇ ਵੇਖ ਹੀ ਸਕਦੇ ਹਾਂ ਕਿ ਵਟਸ ਗੁੱਡ ਐਂਡ ਵਟਸ ਬੈਡ ਫਾਰ ਅਸ। ਇਹ ਬੁੱਝਣਾ ਹੈ ਬਸ, ਇਸ ਚੀਜ਼ ਦੀ ਬੁਝਾਰਤ। ਇਹ ਬਾਹਰ ਨਾ ਬੁੱਝੋ, ਪਹਿਲਾਂ ਅੰਦਰ ਬੁੱਝੋ, ਮੇਰੇ ਅੰਦਰ ਕੀ ਚੰਗਾ ਤੇ ਕੀ ਮਾੜਾ ਆ। ਜਦੋਂ ਤੁਸੀਂ ਆਪਣੇ ਆਪ ਨਾਲ, ਤੇ ਇਹਦੇ ਲਈ ਸਭ ਤੋਂ ਵਧੀਆ ਜਿਹੜੀ ਹੈਲਪ ਆ, ਜਿਵੇਂ ਗੁਰਬਾਣੀ ਦਾ ਪਾਠ ਹੈ, ਸਿਮਰਨ ਹੈ, ਆਪਣੇ ਆਪ, ਇਹ ਮੈਡੀਟੇਸ਼ਨ ਹੈ ਗੁਰਬਾਣੀ ਦਾ ਐਕਚੁਅਲ ਲੈਵਲ 'ਤੇ। ਡੂ ਇਟ, ਮੇਕ good connection with your real self, with your real soul, with your real actually being. ਉਹਦੇ ਵਿੱਚੋਂ ਫਿਰ ਜਿਹੜੀਆਂ ਚੀਜ਼ਾਂ ਨਿਕਲਣਗੀਆਂ, ਨਿਖਰਨਗੀਆਂ, ਫਿਰ ਸਮਝ ਆਵੇਗੀ, ਸ਼ੀਸ਼ੇ ਤਰ੍ਹਾਂ ਚੀਜ਼ਾਂ ਸਾਫ਼ ਹੋਣਗੀਆਂ। ਤੇ ਇਹਦੇ 'ਚ ਜਿਹੜਾ ਸਭ ਤੋਂ ਵੱਡਾ ਹਰਡਲ ਆ, ਉਹਦੀ ਵੀ ਗੁਰੂ ਸਾਹਿਬ ਨੇ ਇਹਦੇ 'ਚ ਹੀ ਬਾਤ ਕੀਤੀ ਹੈ। ਮਹਾਰਾਜ ਕਹਿੰਦੇ ਹਉਮੈ ਆਵੇ ਜਾਏ, ਹੰਕਾਰ, ਜਿਹਨੂੰ ਮੈਂ ਉਸ ਦਿਨ ਬਾਤ ਕਰ ਰਿਹਾ ਸੀਗਾ, ਜਿਹੜਾ ਐਰੋਗੈਂਟ ਲੈਵਲ ਬਣ ਗਿਆ ਸਾਡਾ, ਆਈ ਨੋ ਐਵਰੀਥਿੰਗ। ਜਸਟ ਜੇ ਬੰਦਾ ਸਵਾਲ ਵੀ ਪੁੱਛਦਾ ਤੇ ਉਹ ਕਹਿੰਦਾ ਨੋ 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 ਨੋ, ਆਈ ਹੈਵ ਗਿਵਨ ਯੂ ਵਨ ਕੁਐਸਚਨ ਐਂਡ ਆਂਸਰ ਸ਼ੁੱਡ ਬੀ ਲਾਈਕ ਵਿਚ ਆਈ ਰੀਅਲੀ ਲਾਈਕ। ਕੁਐਸਚਨ ਉਹ ਮੈਂ ਪੁੱਛਿਆ ਹੀ ਹੈ, ਜਵਾਬ ਵੀ ਉਹਦੇ ਜਿਹੜਾ ਮੈਨੂੰ ਪਸੰਦ ਆ। ਭਾਈ ਐਰੋਗੈਂਸ ਹੈ ਤੇ ਸਵਾਲ ਕਰ, ਜਵਾਬ ਉਹ ਲੈ ਜਿਹੜਾ ਵਾਕਿਆ 'ਚ ਜਵਾਬ ਹੈ ਉਹਦਾ, ਉਹਨੂੰ ਪਰਸੀਵ ਬੰਦਾ ਕਰਨ ਲਈ ਤਿਆਰ ਰਹੇਗਾ। ਨਾ ਕਹਿੰਦੇ ਨੋ ਨੋ ਨੋ, ਐਕਚੁਅਲੀ ਇਹ ਤੇ ਤੂੰ ਆਪਣੇ ਕੋਲੋਂ ਗੱਲਾਂ ਕਹਿ ਰਿਹਾ ਹੈਗਾ, ਕਿਉਂਕਿ ਹੰਕਾਰ ਜਿਹੜਾ ਸੁਣਨ ਨਹੀਂ ਦੇ ਰਿਹਾ, ਉਤਰਨ ਨਹੀਂ ਦੇ ਰਿਹਾ ਪੌੜੀ ਤੋਂ ਥੱਲੇ। ਗੁਰੂ ਸਾਹਿਬ ਕਹਿੰਦੇ ਹਉਮੈ ਆਵੇ ਜਾਏ ਭਰਮ ਭੁਲਾਵਣਾ, ਫਿਰ ਭਰਮ ਵਿੱਚ ਜੀਵਨ ਲੰਘ, ਇਲੂਜ਼ਨ ਵਿੱਚ। ਇੱਕ ਅਜੀਬ ਤਰ੍ਹਾਂ ਦੀ ਹਾਲਤ ਹੈ। ਇੱਕ ਲੈਵਲ ਬੰਦੇ ਦਾ ਇਹ ਹੈ ਜਿਹੜਾ ਕਿਸੇ ਸੁਪਰ ਪਾਵਰ ਦੀ ਵੇਟ ਕਰ ਰਿਹਾ, ਇੱਕ ਦਿਨ ਇਹੀ ਹੋਪ ਰੱਖੀ ਹੈ ਜਿਹੜੀ ਕਦੀ ਫੁੱਲਫਿਲ ਹੀ ਨਹੀਂ ਹੋ ਸਕਦੀ। ਇੱਕ ਉਹ ਹੈ ਜਿਹੜਾ ਹੋਪਲੈਸ ਹੀ ਹੋ ਗਿਆ, ਜਿਹੜਾ ਕਹਿੰਦਾ ਕੀਤਿਆਂ ਕੀ ਹੋ ਜਾਏਗਾ, ਕੁਛ ਵੀ ਨਹੀਂ ਹੋਣਾ, ਮਿਹਨਤ ਕਰਕੇ ਕੀ ਹੋ ਜਾਏਗਾ, ਪੜ੍ਹਾਈ ਕਰਕੇ ਕੀ ਹੋ ਜਾਏਗਾ, ਚੰਗਾ ਕੰਮ ਕਰਕੇ, ਕਿਸੇ ਦਾ ਭਲਾ ਕਰਕੇ, ਰੱਬ ਕੀ ਹੋ ਜਾਏਗਾ, ਨਥਿੰਗ, ਹੋਪਲੈਸ। ਇਹ ਹੈ ਭਰਮ, ਇਲੂਜ਼ਨ, ਦੋਨੋਂ ਉਸ ਰੂਪ ਦੇ ਵਿੱਚ। ਇੱਕ ਲੈਵਲ 'ਤੇ ਆ ਜਾ, ਕਰਤੇ ਦੀ ਕੁਦਰਤ ਆ। ਤੁਸੀਂ ਬੀਜ ਬੀਜਦੇ ਹੋ, ਥੋੜ੍ਹਾ ਪਾਣੀ ਪਾਉਂਦੇ ਹੋ, ਥੋੜ੍ਹਾ, ਫਿਰ ਇੱਕ ਸੀਜ਼ਨ ਰੋਲ ਪਲੇ ਕਰਦਾ। ਹਰ ਵਕਤ ਸੀਜ਼ਨ ਨਹੀਂ ਲੱਗਦਾ, ਕਦੀ ਨਹੀਂ ਵੀ ਲੱਗਦਾ, ਕਈ ਬਹੁਤ ਮੋਸਟਲੀ ਚੰਗਾ ਵੀ ਲੱਗਦਾ ਸੀਜ਼ਨ। ਜਿਹਨੂੰ ਸੂਫੀਆਂ ਨੇ ਕਿਹਾ ਸੀ, ਮਾਲੀ ਦਾ ਕੰਮ ਪਾਣੀ ਪਾਉਣਾ, ਭਰ ਭਰ ਮਸ਼ਕਾਂ ਪਾਵੇ, ਮਾਲਿਕ ਦਾ ਕੰਮ ਫਲ ਫੁੱਲ ਲਾਉਣਾ, ਲਾਵੇ ਜਾਂ ਨਾ ਲਾਵੇ। ਹੋਪ ਤੇ ਹੀ ਹੁੰਦੀ ਹੈ। ਡੂ ਯੂਰ ਬੈਸਟ, ਦੈਨ ਆਫਟਰਵਰਡ ਲੈਟ ਦ ਐਕਚੁਅਲੀ ਮਦਰ ਨੇਚਰ ਪਲੇ ਇਟਸ ਓਨ ਰੋਲ। ਇਫ ਯੂ ਆਰ ਰੈਡੀ ਫॉर दैट ਦੈਨ ਯੂ ਕੈਨ ਸੀ ਸਮ ਰਿਜ਼ਲਟਸ। ਮਹਾਰਾਜ ਕਹਿੰਦੇ ਇਸ ਭਰਮ ਵਿੱਚ ਨਾ ਰਹੀ ਕਿ ਚੀਜ਼ਾਂ ਜਾਂ ਬਾਹਰੋਂ ਬਿਲਕੁਲ ਇੱਕਦਮ ਹੋ ਜਾਣਗੀਆਂ, ਬਿਲਕੁਲ ਵਧੀਆ, ਜਾਂ ਇੱਕਦਮ ਨਹੀਂ ਹੋਣਗੀਆਂ ਨਾ। ਕੁਦਰਤ ਦਾ ਇੱਕ ਨਿਯਮ, ਉਸ ਨਿਯਮ ਨੂੰ ਫੋਲੋ ਕਰ। ਅਗਲਾ ਬਚਨ ਜਿਹੜਾ ਹੈਗਾ ਰਹਾਉ ਦਾ ਪਦਾ ਸੀ, ਅਸੀਂ 4 ਨੰਬਰ ਪਦੇ ਤੋਂ ਵਿਚਾਰ ਅੱਗੇ ਲੈ ਜਾਂਦੇ ਹਾਂ। ਸਭ ਜ਼ਿਕਰ ਕਰਦੇ, ਦੇਹੀ ਹੋਵਗ ਖਾਕ ਪਵਨ ਉਡਾਈ ਹੈ, ਇਹ ਕਿੱਥੇ ਕਰ ਔਤਾਕ ਮਹਿਲ ਨਾ ਪਾਈ ਹੈ। ਵੀ ਆਰ ਹਿਊਮਨ ਬੀਇੰਗ ਐਂਡ ਵੀ ਆਰ ਹੇਅਰ ਫਾਰ ਏ ਟਾਈਮ ਬੀਇੰਗ, ਨੋਟ ਫੋਰ ਐਵਰ। ਇਹ ਗੁਰੂ ਗ੍ਰੰਥ ਸਾਹਿਬ ਨੇ, ਜਿਨ੍ਹਾਂ ਨੇ ਬਿਲਕੁਲ ਬਲੈਕ ਐਂਡ ਵਾਈਟ ਵਿੱਚ ਸਾਨੂੰ ਮੈਸੇਜ ਦਿੱਤਾ ਆ, ਰਾਮ ਗਇਓ ਰਾਵਣ ਗਇਓ ਜਾਂ ਕੋ ਬਹੁ ਪਰਿਵਾਰ। ਕਿਆ
ਕੀ ਚੰਗੇ ਤੇ ਕੀ ਮਾੜੇ ਜਿਹੜੇ ਸਮਾਜਾਂ ਨੇ ਕਰੈਕਟਰ ਬਣਾਏ ਸੀਗੇ, ਕੋਈ ਵੀ ਨਹੀਂ ਰਿਹਾ ਇੱਥੇ। ਕੀ ਵੱਡੀਆਂ ਉਮਰਾਂ ਵਾਲੇ ਤੇ ਕੀ ਛੋਟੀਆਂ ਉਮਰਾਂ ਵਾਲੇ, ਸਭ ਚਲੇ ਗਏ। ਇੱਥੇ ਤੇ ਮੁੱਕਦੀ ਗੱਲ ਇਹ ਹੈ, ਜੋ ਉਪਜਿਓ ਸੋ ਬਿਨਸ ਹੈ, ਪੈਦਾਇਸ਼ ਨਾਲ ਬਿਨਸਣਾ ਲਾਜ਼ਮੀ ਹੈ। ਸੋ ਵੀ ਆਰ ਹੇਅਰ ਫॉर ए ਜਸਟ ਵੈਰੀ ਸ਼ੋਰਟ ਪੀਰੀਅਡ ਆਫ ਟਾਈਮ। ਉਸ ਪੀਰੀਅਡ ਆਫ ਟਾਈਮ ਨੂੰ ਅਸੀਂ ਯੂਜ਼ ਕਰਨਾ ਹੈ, ਅਸੀਂ ਉਹਦੇ ਨਾਲ ਪਲੇ ਕਰਨਾ ਹੈ। ਗੁਰੂ ਬਾਬਾ ਜੀ ਨੇ ਕਿਹਾ, ਸਮਝ ਕੇ ਰੱਖ, ਦੇਹੀ ਹੋਵਗ ਖਾਕ। ਬੰਦੇ ਨੇ ਜਦੋਂ ਐਫਰਟ ਪਾਉਣੀ ਹੈ ਨਾ, ਆਪਣੇ ਆਪ ਨੂੰ ਥੋੜ੍ਹਾ ਜਿਹੜਾ ਆ ਹਾਰਡ ਟਾਈਮ ਵਿੱਚੋਂ ਕੱਢਣਾ ਪਏਗਾ, ਯਤਨ ਕਰਨਾ ਪਏਗਾ, ਪ੍ਰਯਾਸ ਕਰਨਾ ਪਏਗਾ। ਬੰਦਾ ਇਤਨਾ ਵੀਕ ਹੋ ਜਾਂਦਾ ਕਿ ਇਸੇ ਨੂੰ, ਇਸੇ ਚੀਜ਼ ਜਿਹੜੀ ਮਿਲੀ ਹੈ, ਮੀਨ ਦੇਹੀ ਕਹੀ ਜਾ ਰਹੀ, ਪਰ ਫੁੱਲ ਜਿਹੜੀ ਸਾਡੀ ਹਿਊਮਨ ਫਾਰਮ ਦੇ ਨਾਲ ਲਾਈਫ ਹੈ ਪੂਰੀ ਦੀ ਪੂਰੀ, ਥੋੜ੍ਹੀ ਸਟਰਗਲ ਕਰ। ਕਿਉਂ ਘਬਰਾਉਣਾ ਹੈ? ਦੁੱਖ ਕਈ ਵਾਰੀ ਸਟਰਗਲ ਦੁੱਖ ਨਹੀਂ ਹੁੰਦੀ, ਦੁੱਖ ਹੁੰਦਾ ਕਿ ਤੁਸੀਂ ਜਦੋਂ ਐਫਰਟ ਨਹੀਂ ਪਾ ਰਹੇ, ਜਦੋਂ ਤੁਸੀਂ ਆਪਣਾ ਰੋਲ ਨਹੀਂ ਪਲੇ ਕਰ ਪਾ ਰਹੇ, ਦੈਟ ਇਜ਼ ਦੁੱਖ। ਬਾਕੀ ਨੇ ਮਿੱਟੀ ਹੋ ਜਾਣਾ। ਬੰਦੇ ਨੂੰ ਪ੍ਰੋਪਰ ਸਲੀਪ ਚਾਹੀਦੀ ਹੈ, ਪ੍ਰੋਪਰ ਫੂਡ ਚਾਹੀਦਾ, ਪ੍ਰੋਪਰ ਰੈਸਟ ਚਾਹੀਦਾ, ਬਿਲਕੁਲ ਠੀਕ ਹੈ। ਪਰ ਇਹ ਥੋੜ੍ਹਾ ਕਿ ਬੰਦਾ ਇਹਦਾ ਸਲੇਵ ਹੀ ਬਣ ਜਾਏ। ਬਸ ਜੋ ਅੱਖਾਂ ਵੇਖਣਾ ਚਾਹੁੰਦੀਆਂ ਨੇ ਉਹੀ ਸਕਰੀਨ ਵੇਖੀ ਜਾ ਰਹੀ ਹੈ, ਜੋ ਕੰਨ ਸੁਣਨਾ ਚਾਹੁੰਦੇ ਨੇ ਉਹੀ ਸੁਣੀ ਜਾ ਰਿਹਾ, ਜੋ ਜੀਭ ਮੰਗਰੀ ਖਾਣ ਉਹੀ ਖਾਈ ਜਾ ਰਿਹਾ। ਵਾਟ ਇਜ਼ ਦਿਸ? ਇਹ ਮਿੱਟੀ ਹੋ ਜਾਏਗਾ। ਯੂਜ਼ ਕਰ, ਇਹਨੂੰ ਇਸਤੇਮਾਲ ਕਰ ਚੰਗੀ ਤਰ੍ਹਾਂ, ਇਹਨੂੰ ਸਹੀ ਤਰੀਕੇ ਜੋ ਐਪਰੋਪ੍ਰੀਏਟ ਬਣਦਾ ਆ ਉਸ ਤਰੀਕੇ ਦਾ ਬਿਹੇਵ ਕਰ, ਇਹਦੇ ਨਾਲ ਐਕਟ ਕਰ। ਗੁਰੂ ਸਾਹਿਬ ਨੇ ਕਿਹਾ, ਦੇਹੀ ਹੋਵਗ ਖਾਕ। ਪਵਨ ਉਡਾਈ ਹੈ, ਬੜੀ ਮੈਟਾਫੋਰਿਕ ਵੇ ਨਾਲ ਬਾਤ ਕੀਤੀ। ਇੱਕ ਦਿਨ ਹਵਾ ਦੀ ਤਸ਼ਤਰੀ ਬਣ ਕੇ ਹਵਾ 'ਚ ਉੱਡੇਗੀ, ਧੂੜ ਐਵੇਂ ਤੇਰੀ, ਤੂੰ ਕੀ ਸੋਚਦਾ ਹੈ? ਫਿਰ ਜ਼ਿਕਰ ਆਇਆ, ਮਹਾਰਾਜ ਕਹਿੰਦੇ, ਇਹ ਕਿੱਥੇ ਕਰ ਔਤਾਕ, ਮਹਿਲ ਨਾ ਪਾਈ ਹੈ। ਬੰਦਾ ਸੁੱਖ ਲੱਭ ਰਿਹਾ ਹੈ ਕਿ ਵੀ ਆਰ ਆਲ ਲੁਕਿੰਗ ਸਮ ਕਾਈਂਡ ਆਫ ਕੰਫਰਟ, and we always ask for comfort, and this is kind of illusion. Most of us believe if we have comfort then we are happy. ਇਸ ਨਾਰਥ ਅਮਰੀਕਨ ਵਰਲਡ 'ਚ ਦੇਖ ਲਓ, ਜਿੰਨਾ ਕੰਫਰਟ ਇੱਥੇ ਨਾ ਕਿਤੇ ਵੀ ਨਹੀਂ ਹੋ ਸਕਦਾ। Are people happy over here? Barely you can see. ਜਿਹੜਾ ਕੰਫਰਟ ਆ, ਇਹ ਹਾਂ ਤੇਰੇ ਕੋਲ ਰਹਿਣ ਸਹਿਣ ਸਭ ਚੀਜ਼ਾਂ ਹੋਣ। ਗੁਰਮਤਿ ਨੇ ਤੇ ਕਿਹਾ ਹੈ, ਗੁਰਦੁਆਰਾ ਦਾ ਤਾਂ ਨਾ ਹੀ ਫੂਡ ਆ, ਸ਼ੈਲਟਰ ਆ, ਸਿਕਿਉਰਿਟੀ ਆ, ਗੁਰਦੁਆਰਾ ਹੈ ਹੀ ਚੀਜ਼ ਹੈ। ਇਹੀ ਸਾਨੂੰ ਗੁਰੂ ਸਾਹਿਬ ਨੇ ਜਿਹੜਾ ਹੈਗਾ ਬਖਸ਼ਿਸ਼ ਕੀਤਾ। ਪਰ ਮਹਾਰਾਜ ਨੇ ਕਿਹਾ, ਇਹ ਤੋਂ ਬਿਯੋਂਡ ਵੀ ਸੋਚੀ। ਐਸਾ ਨਾ ਹੋਏ ਇਹ ਕੰਫਰਟ ਲੱਭਦਿਆਂ ਆਪਣੇ ਆਪ ਨੂੰ ਕਿਸੇ ਅਨਕੰਫਰਟੇਬਲ ਲੈਵਲ ਤੇ ਲੈ ਜਾਏ, ਮਾਨਸਿਕ ਤੌਰ ਤੇ, ਆਤਮਿਕ ਤੌਰ ਤੇ। ਇਹ ਮਹਿਲਵਾੜੀਆਂ ਸਭ ਬਣਾ, ਪਰ ਸਹੀ ਕ੍ਰਾਈਟੀਰੀਆ। ਫਿਰ ਬਣਾ ਕੇ ਇੱਕ ਡਿਟੈਚਮੈਂਟ ਬਿਲਡ ਕਰਕੇ ਰੱਖੀ। ਦੇ ਆਰ ਨੋਟ ਫॉर एवर, नो, ਐਂਡ ਯੂ ਆਰ ਨੋਟ ਫॉर एवर ਹੀਅਰ। ਇਹ ਕੁਦਰਤੀ ਤੌਰ ਤੇ ਹੈ। ਇੱਕ ਦਿਨ ਐਸਾ ਵੀ ਆਏਗਾ, ਮਹਿਲ ਵੀ ਹੋਣਗੇ, ਇਹ ਤੇਰੇ ਔਤਾਕ, ਜਿਹਨਾਂ ਨੂੰ ਅਸੀਂ ਲਿਵਿੰਗ ਰੂਮਸ ਕਹਿੰਦੇ ਹਾਂ, ਬੈਠਕਾਂ ਸਾਡੀਆਂ, ਜਿੱਥੇ ਅਸੀਂ ਬੈਠ ਕੇ ਬੜਾ ਆਪਣੇ ਆਪ ਨੂੰ ਵਧੀਆ ਮਹਿਸੂਸ ਕਰਦੇ ਹਾਂ। ਇਹਨੂੰ ਤੁਸੀਂ ਘਰਾਂ 'ਚ ਇੱਥੇ ਵੀ ਦੇਖਿਆ ਹੋਣਾ, ਇੰਡੀਆ 'ਚ ਵੀ ਦੇਖਿਆ ਹੋਣਾ, ਘਰ ਦੇ 'ਚ ਰਹਿਣ ਵਾਲੇ ਮਕਾਨ ਹੁੰਦੇ ਨੇ, ਕਮਰੇ ਹੁੰਦੇ ਨੇ, ਸੌਂਦੇ ਹਾਂ ਅਸੀਂ ਉਸ ਤਰੀਕੇ ਨਾਲ ਸਭ। ਪਰ ਜੋ ਜਗ੍ਹਾ ਐਸੀਆਂ ਬਣਾਈਆਂ ਹੁੰਦੀਆਂ ਜਿੱਥੇ ਅਸੀਂ ਆਪ ਬੈਠਦੇ ਤਾਂ ਲੋਕਾਂ ਨੂੰ ਕੰਫਰਟਫੁਲੀ ਫੀਲ ਕਰਦੇ ਹਾਂ। ਅਸੀਂ ਉਹਨੂੰ ਇੱਕ ਤਰ੍ਹਾਂ ਨਾਲ ਇੱਕ ਡਿਸਪਲੇ, ਸਾਡਾ ਇੱਕ ਪਲੇਸ ਹੁੰਦਾ ਜਿੱਥੇ ਅਸੀਂ ਵੀ ਵਾਂਟ ਟੂ ਸ਼ੋ ਹੂ ਵੀ ਆਰ। ਸਾਹਿਬ ਕਹਿੰਦੇ ਇੱਕ ਦਿਨ ਆਵੇਗਾ, ਫਿਰ ਇਹ ਜਿਹੜਾ ਹੈਗਾ ਬੈਠਣਾ ਵੀ ਨਹੀਂ ਨਸੀਬ ਹੋਏਗਾ ਉੱਥੇ, ਭਾਵ ਸਾਨੂੰ ਜਾਣਾ ਪਏਗਾ। ਸੋ ਆਪਣੇ ਆਪ ਨੂੰ ਦੱਸਦਾ ਰਹੋ ਇਸ ਤਰੀਕੇ ਦੇ ਨਾਲ। ਉਹਦੀ ਬਾਤ ਕੀਤੀ ਹੈ, ਇਹ ਕਿੱਥੇ ਕਰ ਔਤਾਕ, ਮਹਿਲ ਨਾ ਪਾਈ ਹੈ। ਫਿਰ ਕਿਹਾ, ਦੇਹ ਦੀਵੀਂ ਅੰਧਕੋਰ ਘੱਬ ਮੁਹਾਈ ਹੈ। ਕਮਾਲ ਦੀ ਗੱਲ ਨਹੀਂ ਗੀ। ਦੇਹ ਦੀਵੀਂ, ਜਿਹਨੂੰ ਅਸੀਂ ਕਹਿੰਦੇ ਦਿਨ ਦੀਵੀਂ, ਕੋਈ ਚੋਰੀ ਕਿਸੇ ਦੀ ਹੋਣੀ, ਪ੍ਰੋਪਰਟੀ ਨੂੰ ਕੋਈ ਕਿਸੇ ਕਿਸਮ ਦੇ ਨਾਲ ਕੋਈ ਜਿਹੜਾ ਹੈਗਾ ਕੋਈ ਰੋਬਰੀ ਹੋ ਜਾਏ, ਕੋਈ ਕਿਸੇ ਕਿਸਮ ਨਾਲ ਥੀਫ ਕੋਈ ਐਕਟ ਕਰ ਜੇ, ਉਸ ਉਹੋ ਜਿਹਾ ਤੇ ਹੋਏਗਾ ਕਿਵੇਂ? ਹਨੇਰੇ 'ਚ ਅੱਗੇ ਪਿੱਛੇ, ਜਦੋਂ ਟਾਈਮ ਠੀਕ ਨਹੀਂਗਾ। ਪਰ ਦਿਨ ਦੇ ਵਿੱਚ, ਚਿੱਟੇ ਦਿਨ ਦੇ ਵਿੱਚ ਉਦੋਂ ਕੋਈ ਲੁੱਟ ਕਰ ਜੇ, ਇਹ ਕਿਵੇਂ ਹੋ ਸਕਦਾ? ਹੋ ਸਕਦਾ ਭਾਈ, ਜਦੋਂ ਘਰ ਵਾਲੇ ਅਵੇਅਰ ਹੀ ਨਹੀਂ ਹੈਗੇ, ਸੁੱਤੇ ਪਏ ਨੇ ਉਸ ਤਰੀਕੇ ਦੇ ਨਾਲ। ਗੁਰੂ ਬਾਬਾ ਜੀ ਨੇ ਕਿਹਾ, ਦੇਹ ਦੀਵੀਂ ਅੰਧ ਘੋਰ ਘੱਬ ਮੁਹਾਈ ਹੈ। ਘੱਬ ਕਿਹਾ ਸਾਡੀ ਅਸਲ ਪੂੰਜੀ, ਉਹ ਮੁਹਾਈ ਹੈ, ਅਸੀਂ ਲੁਟਾ ਰਹੇ ਹਾਂ, ਸਾਡੇ ਕੋਲ ਲੁੱਟੀ ਜਾ ਰਹੀ। ਪਤਾ ਨਹੀਂ ਸਾਨੂੰ ਕੋਈ ਲੁੱਟ ਰਿਹਾ ਉਸ ਰੂਪ ਦੇ ਵਿੱਚ। ਹੁਣ ਇਹ ਕਿਹੜੀ ਦੁਨੀਆ ਲੁੱਟੀ ਜਾ ਰਹੀ ਹੈ ਸਾਡੀ। ਬੰਦਾ ਬਹੁਤ ਕੁਝ ਹੋ ਸਕਦਾ, ਬਹੁਤ ਕੁਝ ਕਰ ਸਕਦਾ ਹੈ, ਫਾਈਨੈਂਸ਼ੀਅਲੀ, ਸੋਸ਼ਲੀ, ਪੋਲੀਟੀਕਲੀ, ਰਿਲੀਜੀਅਸਲੀ, ਸਪਿਰਿਚੁਅਲੀ। ਦੇਰ ਆਰ ਸੋ ਮੈਨੀ ਡਿਫਰੈਂਟ ਆਸਪੈਕਟਸ, ਵੀ ਕੈਨ ਟੱਚ ਦੈਮ। ਬਟ ਰੀਜ਼ਨ ਕੀ ਹੋ ਰਿਹਾ? ਰੀਜ਼ਨ ਇਹ ਰਿਹਾ ਕਿ ਮੈਂ ਤੇ ਆਪਣੇ ਆਪ ਵਿੱਚ ਹੀ ਨਹੀਂ ਹੈਗਾ।
मेरी तो अंदर की दुनिया इन्नी डिस्टर्ब हुई पई है कि सवेरे किसी ने गल कही सी, शाम तक मेरे अंदरों ही चली जाती है भी ओहो मैनू उन्हें गल किवें कहती, मैनू उन्हें गल किवें कहती। हुण पीस ऑफ माइंड कित्थों रहेगा? या कोई वरीज ने मेरे वास्ते विच आई हैव क्रिएटेड, आई एम एक्चुअली इमेजिनिंग दैम विदाउट एनी रीज़न। सपोज कोई चीज़ हो गई, कोई छोटी मोटी, कोई मेरे को कुछ आर्थिक रूप में कोई तंगी है, कुछ आ, मैं हुण इमैजिन करदा कि अज ये है, कल नूं आ हो जाएगा, परसों आ, अगले दिन की होएगा, मैं तो मुचड़ जाऊँगा, मर जाऊँगा। सो इन दैट वे आई एम टेकिंग दैट थिंग इन एक्सट्रीम लैवल, जिथे मैनू हुण साह लैना भी औखा हो गया। हुण आ जिहड़ी हालत आ, पूंजी लुट्टी जा रही है, जीवन बेशकीमती लंघ रहा, स्वास मौके कोलों लंघ रहे हैं, बंदे दिन दीवी सब कुछ सामने है, इत्थे बुझना पएगा, जानना पएगा, समझना पएगा। इफ समथिंग इज बियॉन्ड माई कंट्रोल, वाई आई शुड वरी अबाउट इट? If something in my control, then definitely why should I worry about it? I should act on it. Very actually a right thing for me. It should be clear in my mind. ਜਿਹੜੀ ਚੀਜ਼ ਮੇਰੇ ਵਸ 'ਚ ਨਹੀਂ ਹੈ, ਮੈਨੂੰ ਫਿਕਰ ਕਰਨ ਦਾ ਕੀ ਲੋੜ ਹੈ ਉਹਨੂੰ? ਤੇ ਜਿਹੜੀ ਚੀਜ਼ ਮੇਰੇ ਵਸ 'ਚ ਹੈ ਉਹਦੇ ਬਾਰੇ ਫਿਕਰ ਕਿਉਂ ਕਰਾਂ, ਉੱਤੇ ਕੰਮ ਕਰਾਂ। ਸਿੰਪਲ ਆ। ਇਹਨੇ ਇਸੇ ਕਰ ਗੁਰੂ ਬਾਬਾ ਜੀ ਨੇ ਕਿਹਾ ਸੀਗਾ ਵੀ ਚਿੰਤਾ ਤਾਕੀ ਕੀਜੀਏ ਜੋ ਅਨਹੋਨੀ ਹੋਏ। चिंता कर लै तू, मैनू कोई दिक्कत नहीं तेरे ते, जिन्ना फिक्र करना कर लै, पर फिक्र उहदा करी जो अणहोनी होनी है। अणहोना तो कुछ भी नहीं, जो होना ही होना। क्यों? क्योंकि सिचुएशन दस रही है, आला दुआला दस रहा, सरकमस्टांसिस दा सब चीज़ां साडे सामने ने। जस्ट बुझ उन्होंने, समझ उन्होंने। इहो जिहे सरकमस्टांसिस की होएगा? मैं सपोज गड्डी ड्राइव करदा, हर रोज़ मैं ओवर स्पीड से ड्राइव करदा हाँ। बहुता ध्यान देने की लोड़ नहीं है, बहुता जोर देने की लोड़ नहीं अपने दिमाग के उत्ते। लेटर और सोनर आई एम गोना कॉट, जो फड़िया जावांगा टिकट मिलेगी बड़ी सारी, डीमैट्स पॉइंट होणगे, इंश्योरेंस वधेगी, एवरीथिंग इज एक्चुअली ऑन द वे। आई कैन सी ईजीली बुझ इस चीज़ नूं। जे मैं होर रैड लाइट रन कर रहा हाँ, होर स्पीडिंग कर रहा, डेफिनेटली आई एम गोना एक्चुअली एंड अप विद एनी मैसिव एक्सीडेंट, जिहदे मेरा व्हीकल डैमेज होएगा, किसी होर दा व्हीकल डैमेज होएगा, मेरी लाइफ जिहड़ी है इन डेंजर जाएगी, किसी होर नूं जिहड़ा है नुकसान होएगा। इट्स क्लीयर। मैं टेंशन क्यों नहीं पे कर रहा? आ बुझ। गुरु महाराज ने जिहड़ा बयान किया, कब मुहाई है, वो तेरी दुनिया लुट्टी जा रही है। तिथे खास करके बात आ रही है साडे सोचण दी, साडे थॉट प्रोसैस दी, साडे अंदर, जिथे साडे अंदर वकार आके बैठते हैं, बैड डीड्स, जिथे वो दुनिया वसदी है जिहड़ी साडे वास्ते बाद दे विच सानू लीड करती है टूवर्ड समवेयर, जिहदे किसी पासे जाण वास्ते। गुरु बाबा जी ने बयान किया, देह दीवी बिल्कुल रोशनी दे विच, थोड़ा अकल नूं ध्यान देगा, रोशनी च देखेगा, पता लग जाएगा चीज़ों का। अगला वचन लिखा साहब ने, गर्भ मूसै कर चोर किस रुआई है। गर्भ मूसै कर चोर, तेरे घर विच बैठे चोर तेरा जिहड़ा हैगा वो लुट रहे हैं, तो उस सब तो बड़ा चोर गर्भ अहंकार। फिर बात उत्थे आ रही है, असी सिख बन सकते हाँ। माँ बाप कोई गल कहिंदे ने, मैं सुनता नहीं गा, वाई डू आई लिसन दैट? क्यों? क्योंकि मैनू पता लगता मैं तो वड्डा हो गया, एंड वट दे नो, दे डोंट नो एनीथिंग। आई एम एक्चुअली मोर एजुकेटेड कंपेयर टू दैम, बट दे हैव एक्सपीरियंस, दे हैव विजडम, जिन्होंने असीं तजर्बा कहने, सोझी कहने। मेरा हंकार मैनू कहता इन्हां नूं की पता है। हुण इत्थे जाके मरना तय है, क्योंकि मैं किसी वाइज नूं एस्कॉर्ट नहीं करन दे रहा। जे सपोज करो ना, तुसीं किते जा रहे हो तो तुहाडा GPS तुहानूं दस रहा कि टेक राइट, तो तुसीं कहंदे हो कि मशीन नूं की पता है, आई नो टेक लैफ्ट। बट मैनू ये भी समझ होनी चाहिए कि मैनू तो पता नहीं, ये तो एक्चुअली उस रूप के। सो इहो जिहियां चीज़ां ने। हुण ग्रंथ साहब की बाणी है, असीं पढ़ते हैं, मन की दुनिया ये कहती है कि बंदे नूं मर्जी नाल जिउणा चाहिए। गुरु ग्रंथ साहब ये कहता है
ਮਰਜ਼ੀ ਨਾਲ ਨਹੀਂ ਚੱਲ ਸਕੇਗਾ, ਮਦਰ ਨੇਚਰ ਦੇ ਲਾ ਨਾਲ, ਹੁਕਮ ਨਾਲ ਚੱਲੇਗਾ। ਜੇ ਮਰਜ਼ੀ ਲੱਭੇਗਾ ਹੁਕਮ ਦੇ ਅਗੇਂਸਟ ਚੱਲੇਗਾ, ਸਾਰੇ ਯੂਨੀਵਰਸ ਦੇ ਅਗੇਂਸਟ ਜਾਣ ਦੀ ਟਰਾਈ ਕਰੇਗਾ, ਤੇ ਜਿਹੜੇ ਇਸ ਤਰ੍ਹਾਂ ਕਰਦੇ ਨੇ ਉਹ ਹਾਰਦੇ ਨੇ, ਰੋਂਦੇ ਨੇ, ਦੁਖੀ ਹੁੰਦੇ ਨੇ। ਰਜ਼ਾ ਸਮਝ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਇਹਨੂੰ ਸਮਝ। ਗਰਭ ਕਹਿੰਦਾ ਨਾ ਮੈਂ ਨਹੀਂ। ਇਹਨੂੰ ਗੁਰੂ ਸਾਹਿਬ ਨੇ ਜਦੋਂ ਹੁਕਮ ਦੀ ਪੌੜੀ ਦੀ ਐਕਸਪਲੇਨੇਸ਼ਨ ਕੀਤੀ ਨਾ, ਜਪਜੀ ਸਾਹਿਬ ਦਾ ਦੀ ਪਾਠ ਕਰੋ ਤੇ ਧਿਆਨ ਨਾਲ ਦੇਖਿਆ ਜੇ, ਜਿੱਥੇ ਕਿਹਾ ਨਾਨਕ, ਜਿੱਥੇ ਕਿਹਾ ਵੀ ਜਿਹੜਾ ਹੈਗਾ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਅਗਲੀ ਪੌੜੀ 'ਚ ਹੁਕਮ ਦੀ ਵਿਆਖਿਆ ਸ਼ੁਰੂ, ਰਾਈਟ ਵੇ, ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਏ। ਗੁਰੂ ਬਾਬਾ ਜੀ ਜਾ ਕੇ ਹੁਕਮ ਦੀ ਪੌੜੀ ਮੰਗਾਈ, ਉੱਥੇ ਮਹਾਰਾਜ ਨੇ ਪਿਆ ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹੈ ਨਾ ਕੋਏ। ਮੈਨੂੰ ਜਿੰਨੀ ਦੇਰ ਤੱਕ ਕਿਸੇ ਨੂੰ ਇਹ ਲੱਗਦਾ ਨਾ ਵੀ ਇਹ ਬੰਦਾ ਹੰਕਾਰੀ ਹੈ, ਉਹ ਸਮਝੋ ਕਿ ਅਜੇ ਹੁਕਮ ਦੇ ਨੇੜੇ ਨਹੀਂ ਗਾ ਮੈਂ। ਬਿਲਕੁਲ ਇਹ ਚੀਜ਼ ਅਹਿਸਾਸ 'ਚ ਹੀ ਖਤਮ ਹੋ ਜਾਏ, ਇਹ ਹੈ ਸਿੱਖੀ। ਇੱਥੇ ਗੁਰੂ ਬਾਬਾ ਜੀ ਨੇ ਬਿਆਨ ਕੀਤਾ ਆ, ਗਰਭ ਮੂਸੈ ਕਰ ਚੋਰ ਕਿਸ ਰੁਵਾਈ ਹੈ। ਕਿਤੇ ਅੱਗੇ ਜਾ ਕੇ ਰੋਏਗਾ, ਕਿਉਂਕਿ ਕਸੂਰ ਤੇ ਆਪਣਾ ਆ ਕਿ ਆਪ ਹੀ ਉਸ ਚੀਜ਼ ਨੂੰ ਅਟੈਂਸ਼ਨ ਪੇ ਨਹੀਂ ਕਰ ਰਿਹਾ। ਗੁਰਮੁਖ ਚੋਰ ਨਾ ਲਾਗ ਹਰ ਨਾਮ ਜਗਾਈ ਹੈ। ਗੁਰੂ ਬਾਬਾ ਜੀ ਸਾਡਾ ਕੁਛ ਨਹੀਂ ਹੋ ਸਕਦਾ, ਵੀ ਕੈਨ ਨੋਟ ਕਮ ਆਊਟ ਆਫ ਦਿਸ ਐਕਚੁਅਲੀ ਸਿਚੁਏਸ਼ਨ। ਬਾਬਾ ਜੀ ਕਹਿੰਦੇ ਨੋ, ਦੇਰ ਇਜ਼ ਐਕਚੁਅਲੀ ਈਜ਼ੀ ਵੇ ਆਊਟ, ਯੂ ਕੈਨ ਫਾਈਂਡ ਆਊਟ ਸੋਲਿਊਸ਼ਨਸ। ਮਹਾਰਾਜ ਵਟ ਇਜ਼ ਦ ਸੋਲਿਊਸ਼ਨ? ਇੱਥੇ ਗੁਰੂ ਬਾਬਾ ਜੀ ਨੇ ਕਿਹਾ ਗੁਰਮੁਖ ਚੋਰ ਨਾ ਲਾ, ਗੁਰੂ ਵੱਲ ਮੂੰਹ ਕਰ ਲੈ। ਇਹਨੂੰ ਸਿੱਖੀ 'ਚ ਕਿਹਾ ਗਿਆ, ਉਸ ਦਿਨ ਅਸੀਂ ਵਿਚਾਰ ਕਰ ਰਹੇ, ਜੋ ਗੁਰ ਕਹੈ ਸੋਈ ਪਲ ਮਾਨੋ। ਉਸ ਨੂੰ ਐਕਸੈਪਟ ਕਰ, ਉਹਨੂੰ ਅਡਾਪਟ ਕਰਨਾ ਸ਼ੁਰੂ ਕਰ ਦੇ, ਪ੍ਰੋਸੈਸ ਕਰਨਾ ਸ਼ੁਰੂ ਕਰ ਦੇ। ਸਾਹਿਬ ਨੇ ਕਿਹਾ ਗੁਰਮੁਖ ਚੋਰ ਨਾ ਲਾਗ ਹਰ ਨਾਮ ਜਗਾਈ ਹੈ। ਜਗਾਈ ਹੁੰਦੇ ਜਾਗ ਲੱਗ ਜਾਣੀ, ਥੋੜ੍ਹੀ ਥੋੜ੍ਹੀ ਕਰਦਿਆਂ ਕਰਦਿਆਂ ਜਾਗ ਲੱਗ ਜਾਂਦੀ ਹੈ। ਇੱਕ ਦਿਨ ਛੋਟੀ ਜਿਹੀ ਗੱਲ ਸਮਝ ਆਈ, ਅਗਲੇ ਦਿਨ ਤੀਸਰੀ, ਚੌਥੀ, ਪੰਜਵੀਂ, ਬੰਦਾ ਤੁਰਿਆ ਇੱਥੋਂ ਸੀ ਕਿਤੇ ਕਿਤੇ ਪਹੁੰਚ ਗਿਆ, ਚੰਗੀ ਜਗ੍ਹਾ 'ਤੇ ਪਹੁੰਚਣਾ ਸ਼ੁਰੂ ਹੋ ਗਿਆ। ਮਨ ਕਰਕੇ, ਸੋਚ ਕਰਕੇ, ਖਿਆਲ ਕਰਕੇ, ਫਿਰ ਹੌਲੀ ਹੌਲੀ ਅਮਲ ਕਰਕੇ, ਜਿਹਨੂੰ ਅਸੀਂ ਕਹਿੰਦੇ ਐਕਸ਼ਨਸ ਕਰਕੇ, ਉਸ ਤਰੀਕੇ ਦੇ ਨਾਲ ਉਹਨੇ ਬਾਤ ਕੀਤੀ ਕਿ ਹਰ ਨਾਮ ਜਗਾਈ ਹੈ। ਸ਼ਬਦ ਨਿਵਾਰੀ ਆਗ ਜੋਤ ਦੀ ਪਾਈ ਹੈ। ਸ਼ਬਦ ਨਿਵਾਰੀ ਆਗ, ਘਰ ਦੇ ਵਿੱਚ ਅੱਗ ਚਾਹੀਦੀ ਹੈ। ਅੱਗ ਤੋਂ ਬਿਨਾਂ ਕੋਈ ਘਰ ਨਹੀਂ ਧਰਤੀ ਦੇ ਉੱਤੇ, ਕਿਉਂਕਿ ਅੱਗ ਦੇ ਦੋ ਕੰਮ ਨੇ ਘਰ ਦੇ ਵਿੱਚ, ਇੱਕ ਰੌਸ਼ਨੀ ਦੇਣਾ, ਦੂਸਰਾ ਚੁੱਲ੍ਹੇ ਨੂੰ ਬਲਦਾ ਰੱਖਣਾ। ਕਿਉਂਕਿ ਜਿਸ ਘਰ ਦੇ ਚੁੱਲ੍ਹਾ ਨਹੀਂ ਬਲਦਾ, ਉੱਥੇ ਡੈਫੀਨੇਟਲੀ ਪੀਪਲ ਗੋਨਾ ਸਟਾਰਵ, ਹਾਊ ਦੇ ਗੋਨਾ ਲਿਵ। ਐਂਡ ਜਿੱਥੇ ਲਾਈਟ ਨਹੀਂ ਹੈਗੀ, ਉੱਥੇ ਸਮਝੋ ਕੋਈ ਰਹਿੰਦਾ ਹੀ ਨਹੀਂ ਹੈਗਾ। ਲਾਈਟ ਉਦੋਂ ਹੀ ਔਨ ਹੁੰਦੀ ਜਦੋਂ ਕੋਈ ਆਉਂਦਾ, ਜਦੋਂ ਕੋਈ ਰਹਿੰਦਾ। ਸੋ ਰਿਹਾਇਸ਼ ਬਣਦੀ ਤਾਂ ਆ, ਪਰ ਸੱਚ ਇਹ ਹੈ ਚੁੱਲ੍ਹਾ ਵੀ ਅੱਗ ਹੈ, ਦੀਵਾ ਵੀ ਅੱਗ ਹੈ। ਪਰ ਜੇ ਕਿਤੇ ਬਾਹਰ ਆ ਜਾਏ ਦੀਵੇ ਤੋਂ ਤੇ ਚੁੱਲ੍ਹੇ ਤੋਂ ਅੱਗ, ਸਭ ਬਰਬਾਦੀ ਹੈ, ਸਭ ਤਬਾਹੀ ਹੈ। ਸਾਨੂੰ ਸਾਰਿਆਂ ਨੂੰ ਇੱਕ ਦੂਜੇ ਨੂੰ ਵੇਖ ਕੇ ਇੰਸਪੀਰੇਸ਼ਨ ਲੈਣੀ ਚਾਹੀਦੀ ਹੈ, ਪ੍ਰੇਰਨਾ ਲੈਣੀ ਚਾਹੀਦੀ ਹੈ। ਇੱਕ ਦੂਜੇ ਤੋਂ ਚੰਗੇ ਗੁਣ ਲੈਣੇ ਚਾਹੀਦੇ ਨੇ, ਚੰਗਾ ਬਣਨਾ ਚਾਹੀਦਾ, ਚੰਗੇ ਪਾਸੇ ਵਧਣਾ ਚਾਹੀਦਾ। ਪਰ ਇਹ ਵੀ ਸੱਚਾਈ ਹੈ, ਇੱਕ ਦੂਜੇ ਨੂੰ ਵੇਖ ਕੇ ਤ੍ਰਿਸ਼ਨਾ ਆਉਂਦੀ ਹੈ, ਤ੍ਰਿਸ਼ਨਾ ਸਾੜਦੀ ਹੈ। ਜੈਲਸ, ਈਰਖਾ, ਦੁਆਖ, ਹੋ ਮੈਂ ਪਿੱਛੇ ਰਹਿ ਗਿਆ, ਅੱਗੇ ਲੰਘ ਗਿਆ, ਮੈਂ ਕਿੱਥੇ ਖੜਾ ਹਾਂ। ਆਹ ਜਿਹੜੀਆਂ ਚੀਜ਼ਾਂ ਨੇ, ਸਾਹਿਬ ਕਹਿੰਦੇ ਜਦੋਂ ਕਿਤੇ ਸ਼ਬਦ ਨਿਵਾਰੀ ਆਗ, ਸ਼ਬਦ ਆ ਗਿਆ ਨਾ, ਇਹ ਅੱਗ ਨਿਰਵਿਰਤ ਹੋ ਜਾਏਗੀ, ਇਹ ਅੱਗ ਬੁੱਝੇਗੀ, ਦੂਸਰੀ ਅੱਗ ਜਗੇਗੀ। ਜੋਤ ਦੀ ਪਾਈ ਹੈ, ਦੀਵਾ ਬਲੇਗਾ, ਚੁੱਲ੍ਹਾ ਬਲੇਗਾ। ਬੜਾ ਮੈਟਾਫੋਰਿਕ ਵੇ ਨਾਲ ਗੁਰੂ ਨਾਨਕ ਸਾਹਿਬ ਨੇ ਮੈਸੇਜ ਕੀਤਾ। ਅਗਲਾ ਬਚਨ ਲਿਖਿਆ ਮਹਾਰਾਜ ਨੇ, ਸਾਹਿਬ ਕਹਿੰਦੇ ਲਾਲ ਰਤਨ ਹਰ ਨਾਮ ਗੁਰ ਸੁਰਤ ਬੁਝਾਈ ਹੈ। ਜਦੋਂ ਗੁਰੂ ਸੁਰਤ ਕਰਕੇ ਕੋਈ ਚੀਜ਼ ਬੁਝਾ ਦਿੰਦਾ ਨਾ, ਸਮਝ ਆ ਜਾਂਦੀ ਹੈ। ਕਈ ਵਾਰ ਕੋਈ ਚੀਜ਼ ਸਮਝ ਆਉਂਦੀ, ਉਪਰੀ ਜੀ, ਬਾਅਦ ਫਿਰ ਭੁੱਲ ਜਾਂਦੀ ਹੈ। ਪਰ ਜਿਹੜੀ ਚੀਜ਼ ਸੁਰਤਿਆਬ ਹੋ ਜਾਏ, ਅੰਦਰ ਸਾਡਾ ਅਟੈਚਮੈਂਟ ਬਣ ਜਾਏ ਜਿਹਦੇ ਨਾਲ, ਲਾਲ ਰਤਨ ਹਰ ਨਾਮ, ਫਿਰ ਅਸਲ ਜਵਾਹਰ ਲਾਲ ਰਤਨ ਮਾਣਕ ਮਿਲ ਜਾਂਦਾ, ਜਿਹੜਾ ਨਾਮ ਰੂਪ ਆ। ਸਦਾ ਰਹਿ ਨਿਹਕਾਮ ਜੇ ਗੁਰਮਤਿ ਪਾਈਏ। ਨਿਹਕਾਮ ਰਹਿਣਾ, ਸਪੋਜ਼ ਕਰੋ ਜਿਹੜੀ ਨਿਹਕਾਮਤਾ ਆ ਇਹ ਹੈ ਕਿ ਇਕੱਲਾ ਸਵਾਰਥ ਵਿੱਚ ਜੇ ਬੰਦਾ ਜੀਏਗਾ, ਬੰਦਾ ਬੜਾ ਮੀਨ ਹੋ ਜਾਏਗਾ। ਤੇ ਮੀਨ ਬੰਦੇ ਨੂੰ ਕਿਸੇ ਨੂੰ ਦੁਖੀ ਕਰਨ ਦੀ ਲੋੜ ਨਹੀਂ ਹੈ, ਉਹ ਆਪਣੇ ਆਪ ਵਿੱਚ ਦੁੱਖ ਭੋਗ ਰਿਹਾ। person who is living just under influence of greed, influence of actually meanful behavior, then definitely that person is kind of hell. ਉਹਦੇ ਦੀ ਮਾਨਸਿਕਤਾ ਹੀ ਉਹਦੇ ਵਾਸਤੇ ਨਰਕ ਦਾ ਦੁਆਰ ਬਣ ਗਈ ਹੈ। ਗੁਰੂ ਬਾਬਾ ਜੀ ਨੇ ਬਾਤ ਕੀਤੀ, ਸਭ ਕਹਿੰਦੇ ਇਹ ਜਿਹੜੀ ਚੀਜ਼ ਹੈ ਸਦਾ ਰਹਿ ਨੇਕਾਮ ਜੇ ਗੁਰਮਤਿ ਪਾਈ ਹੈ। ਜਿਹੜਾ ਗੁਰੂ ਕੀ ਮਤ ਪ੍ਰਾਪਤ ਕਰਦਾ, ਉਹਦੇ ਚੋਂ ਬਾਹਰ ਆ ਜਾਂਦਾ। ਅੰਤਲੀਆਂ ਲਾਈਨਾਂ ਨੇ ਬਿਲਕੁਲ ਰਾਤ ਦੀ ਹੈ ਹਰ ਨਾਉ ਮਨ ਵਸਾਈ ਹੈ। ਇਹ ਨਹੀਂ ਸਵੇਰੇ ਸ਼ਾਮ ਥੋੜ੍ਹਾ ਸਮਾਂ ਸਿਮਰਨ ਕਰੋ, ਪਾਠ ਕਰੋ, ਇਹ ਜ਼ਰੂਰੀ ਹੈ, ਪਰ ਇਸ ਨੂੰ ਪ੍ਰੋਸੈਸ ਕਰੋ ਰਾਤ ਦਿਨ।
हर वक्त ये इन्फ्लुएंस विच रहो, प्रभाव विच रहो, हर जीवन के हर स्टैप के उत्ते ये कोलों रोशनी लवो। उन्होंने गुरु साहब ने कहा रात दी है हर नाव मन वसाई है, नानक मेल मिलाए जे तुद पाई है। पर हे नानक अपने वस्ती भी खेड़ नहीं, जे तेनों पा जाइए तो फिर ये मेल हो सकता है, ये ज्ञान इस सुरत सोझी मिल सकती है। सब रहमत करन, इन्हां आलमी वाक़िਆਂ चों सानूं प्रेरणा मिले, असी गुरमती हो सकीए। इन्नियां बेनतियां नाल खिमा, क्योंकि समय ने अपना सफ़र मुका दिता है। इत्थे कह देना जी, वाहिगुरू जी का खालसा, वाहिगुरू जी की फतेह।